ਫਤਿਹ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਾਵਨ ਬਖਸ਼ਿਸ਼ ਸੁਖਮਨੀ ਸਾਹਿਬ ਦੀ ਵਿਚਾਰ ਦੇ ਨਾਲ ਅਸੀਂ ਲਗਾਤਾਰ ਜੁੜ ਰਹੇ ਹਾਂ। ਅੱਜ ਅਸੀਂ ਗੁਰੂ ਬਖਸ਼ਿਸ਼ ਸਦਕਾ 9ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਸਤਿਗੁਰੂ ਇਕਾਗਰਤਾ ਬਣਾਉਣ ਮਨ ਤਨ ਦੀ, ਗੁਰੂ ਚਰਨਾਂ 'ਚ ਧਿਆਨ ਇਕਾਗਰ ਹੋਏ ਤਾਂ ਜੋ ਗੁਰੂ ਕੀਆਂ ਵਿਚਾਰਾਂ ਮੇਰੇ ਅੰਤਰ ਸੱਚ ਦਾ ਚਾਨਣ ਕਰ ਸਕਣ। ਇਸ ਆਸ ਤੇ ਅਰਦਾਸ ਦੇ ਨਾਲ ਆਓ ਰਮਤਾ ਕਰੀਏ। ਆਪ ਜੀ ਨੇ 9ਵੀਂ ਅਸ਼ਟਪਦੀ ਦੇ ਨਾਲ ਸ਼ਲੋਕ ਦਰਜ ਕੀਤਾ ਹੈ। ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ। 9ਵੀਂ ਅਸ਼ਟਪਦੀ 'ਚ ਉਹਨਾਂ ਦੀ ਵਿਚਾਰ ਹੈ ਜਿਨ੍ਹਾਂ ਦਾ ਜੀਵਨ ਅਪਰਸ ਹੋ ਗਿਆ ਹੈ, ਜਿਨ੍ਹਾਂ ਦਾ ਮਨ ਜਿਹੜਾ ਹੈ ਵਾਸ਼ਨਾਵਾਂ ਤੋਂ ਮੁਕਤ ਹੈ, ਜਿਨ੍ਹਾਂ ਦੇ ਅੰਦਰ ਸੱਚ ਰਸ ਗਿਆ ਹੈ। ਮਨ ਦੇ ਵਿੱਚੋਂ ਪੰਜ ਕਾਮਾਦਿਕ ਵੈਰੀ ਜਿਹੜੇ ਨੇ ਚਲੇ ਗਏ ਨੇ, ਜਿਨ੍ਹਾਂ ਦੇ ਪਾਸ ਸਿਰਫ ਸੱਚ ਹੈ। ਐਸੀਆਂ ਰਸੀਆਂ ਹੋਈਆਂ ਰੂਹਾਂ ਦੀ ਗੱਲ 9ਵੀਂ ਅਸ਼ਟਪਦੀ ਕਰ ਰਹੀ ਹੈ। ਇਸ 'ਚ ਅਸੀਂ ਅਪਰਸ ਵੀ ਸਮਝਾਂਗੇ, ਇਸ ਵਿੱਚ ਸੱਚਾ ਵੈਸ਼ਨੋ ਕੌਣ ਹੈ ਉਹ ਵੀ ਸਮਝਾਂਗੇ। ਸਤਿਗੁਰੂ ਜੀ ਨੇ ਇਸ ਵਿੱਚ ਭਗਉਤੀ ਦੀ ਪਰਿਭਾਸ਼ਾ ਵੀ ਦੱਸੀ ਹੈ। ਅਸਲ ਪੰਡਿਤ ਕੌਣ ਹੈ ਉਸ ਦੀ ਪਰਿਭਾਸ਼ਾ ਵੀ ਦੱਸੀ ਹੈ, ਜੋ ਗਿਆਨੀ ਹੈ ਉਸ ਦੀ ਪਰਿਭਾਸ਼ਾ ਵੀ ਦੱਸੀ ਹੈ। ਇਹ ਸਾਰੀਆਂ ਹੀ ਪਰਿਭਾਸ਼ਾਵਾਂ 9ਵੀਂ ਅਸ਼ਟਪਦੀ 'ਚ ਸਾਹਿਬ ਨੇ ਸੰਜੋਈਆਂ ਨੇ, ਜਿਸ ਦੇ ਆਰੰਭਤਾ ਤੋਂ ਪਹਿਲਾਂ ਆਪ ਕਹਿੰਦੇ ਨੇ ਇਹ ਗੱਲਾਂ ਉਹਨਾਂ ਦੀਆਂ ਨੇ। ਉਰ ਧਾਰੈ ਜੋ ਅੰਤਰ ਨਾਮ, ਜਿਸ ਨੇ ਆਪਣੇ ਹਿਰਦੇ ਘਰ ਦੇ ਵਿੱਚ ਸੱਚ ਨਾਮ ਟਿਕਾਇਆ ਹੋਇਆ। ਸਰਬ ਮੈਂ ਪੇਖੈ ਭਗਵਾਨ, ਜਿਸ ਨੂੰ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਦ੍ਰਿਸ਼ਟੀ ਆ ਰਿਹਾ। ਇਹ ਅਣਜਾਣ ਦੀ ਗੱਲ ਨਹੀਂ ਹੈ, ਅਜੇ ਕੱਚੇ ਦੀ ਗੱਲ ਨਹੀਂ ਹੈ। ਜੋ ਇਸ ਰਸਤੇ ਪੁੱਗ ਗਿਆ ਹੈ ਉਸ ਦੀ ਗੱਲ ਹੈ। ਇਸ ਵਿੱਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਜੋ ਕਹਿ ਰਹੇ ਨੇ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਉਹਨਾਂ ਕੀੜੀਆਂ ਦੀ ਗੱਲ ਨਹੀਂ ਹੈ ਜੋ ਰੀਸ ਕਰਦੀਆਂ ਨੇ ਉਸ ਆਕਾਸ਼ ਦੀ ਉੱਚੀ ਅਵਸਥਾ ਦੀ, ਜਿਨ੍ਹਾਂ ਨੇ ਇਹ ਤਰਾ ਪਤ ਪਵੜੀਆਂ ਚੜੀਏ ਹੋਏ 21, ਜਿਨ੍ਹਾਂ ਦਾ ਮਨ ਮਿਲ ਗਿਆ ਹੈ। ਇਹ ਉਹਨਾਂ ਦੀਆਂ ਗੱਲਾਂ ਨੇ ਜੋ 21 ਹੋ ਗਏ ਨੇ। ਇਹ ਝੂਠਿਆਂ ਦੀਆਂ ਗੱਲਾਂ ਨਹੀਂ। ਝੂਠਿਆਂ ਦੇ ਬਾਬਤ ਤੇ ਸਾਹਿਬ ਕਹਿੰਦੇ ਨਾਨਕ ਕੂੜੀ ਕੂੜਾ ਠੀਸ, ਝੂਠਿਆਂ ਕੋਲ ਤੇ ਝੂਠੀਆਂ ਗੱਪਾਂ ਨੇ। ਪਰ ਇਹ ਜੋ ਗੱਲਾਂ ਨੇ ਉਹਨਾਂ ਦੀਆਂ ਨੇ ਜਿਨ੍ਹਾਂ ਨੇ ਸੱਚ ਨਾਮ ਅੰਦਰ ਟਿਕਾਇਆ ਹੋਇਆ, ਜੋ ਰੂਹਾਂ ਰਸ ਗਈਆਂ ਨੇ। ਉਹਨਾਂ ਦੇ ਜੀਵਨ ਦੇ ਵਿੱਚ ਕੀ ਪਲਟਾ ਆਉਂਦਾ ਹੈ, ਕੀ ਬਦਲਾਵ ਆਉਂਦਾ ਹੈ, ਸਾਹਿਬ ਕਹਿੰਦੇ ਆਓ ਵਿਚਾਰੀਏ। ਆਪ ਕਹਿੰਦੇ ਨੇ ਉਹ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਹਰ ਪਲ ਹਰ ਸਵਾਸ ਦੇ ਨਾਲ ਪ੍ਰਮਾਤਮਾ ਦਾ ਸ਼ੁਕਰ ਹੀ ਗੁਜ਼ਾਰ ਰਿਹਾ ਹੈ। ਉਸ ਨੂੰ ਨਮਸਕਾਰ ਕਰਨੀ ਭਾਵ ਬਾਰ-ਬਾਰ ਉਸ ਦਾ ਸ਼ੁਕਰ ਗੁਜ਼ਾਰਨਾ। ਹੇ ਪ੍ਰਮਾਤਮਾ ਤੇਰਾ ਧੰਨਵਾਦ ਹੈ, ਮਿਲੀਆਂ ਹੋਈਆਂ ਦਾਤਾਂ ਪ੍ਰਤੀ, ਮਿਲੇ ਹੋਏ ਜੀਵਨ ਪ੍ਰਤੀ, ਭੋਗ ਰਹੇ ਇਸ ਆਨੰਦ ਪ੍ਰਤੀ, ਸਵਾਸਾਂ ਪ੍ਰਤੀ, ਹਰ ਕਾਰਜ ਦਾ ਧੰਨਵਾਦ ਹੈ। ਸਾਹਿਬ ਕਹਿੰਦੇ ਨੇ ਨਾਨਕ ਉਹ ਅਪਰਸ, ਐਸਾ ਵਿਅਕਤੀ ਅਪਰਸ ਹੈ ਜੋ ਵਾਸ਼ਨਾਵਾਂ ਤੋਂ ਪਰੇ ਹੈ। ਆਪ ਤੇ ਉਹ ਸਫਲ ਹੀ ਹੈ, ਸਗਲ ਨਿਸਤਾਰ ਹੈ। ਉਸ ਨਾਲ ਜੁੜੀਆਂ ਹੋਈਆਂ ਹੋਰ ਰੂਹਾਂ ਵੀ ਸਫਲ ਹੋ ਜਾਂਦੀਆਂ। ਆਪ ਇਸ ਅਸ਼ਟਪਦੀ ਦੇ ਹੁਣ ਪਹਿਲੇ ਪਦੀ ਦੀ ਸ਼ੁਰੂਆਤ ਕਰ ਰਹੇ ਨੇ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਮਿਥਿਆ ਨਾਹੀ ਰਸਨਾ ਪਰਸ। ਉਸ ਦੀ ਰਸਨਾ, ਉਸ ਦੀ ਇਹ ਜੇਬਾ ਝੂਠ ਨੂੰ ਨਹੀਂ ਛੂੰਹਦੀ। ਭਾਵ ਉਸ ਦੇ ਪੱਲੇ ਕੂੜ ਨਹੀਂ ਹੈ। ਉਸ ਦੇ ਅੰਦਰ ਕਿਸੇ ਦੇ ਨਾਲ ਠੱਗੀ ਮਾਰਨ ਦਾ, ਕਿਸੇ ਨਾਲ ਫਰੇਬ ਕਰਨ ਦਾ ਸੁਭਾਅ ਨਹੀਂ ਹੈ। ਝੂਠ ਉਹਨਾਂ ਦੇ ਪੱਲੇ ਹੈ ਜੋ ਦੂਸਰਿਆਂ ਨੂੰ
ਮੂਰਖ ਬਣਾਉਣਾ, ਦੂਸਰਿਆਂ ਨੂੰ ਠੱਗਣਾ, ਦੂਸਰਿਆਂ ਨੂੰ ਫਰੋਲਣਾ ਜਾਣਦੇ ਨੇ। ਜਿਹੜਾ ਖੁਦ 'ਚ ਰਸਿਆ ਹੋਏਗਾ ਉਸ ਪੱਲੇ ਸੱਚ ਹੀ ਹੈ, ਕਿਉਂਕਿ ਉਸਨੇ ਕਿਸੇ ਕੋਲੋਂ ਝੂਠੀ ਉਸਤਤ ਨਹੀਂ ਕਰਾਉਣੀ, ਉਹ ਕਿਸੇ ਕੋ ਖੁਸ਼ਾਮਦ ਨਹੀਂ ਭਾਲ ਰਿਹਾ। ਉਸ ਪਾਸ ਜਾਓਗੇ ਤੁਹਾਨੂੰ ਸਿਰਫ ਸੱਚ ਦ੍ਰਿਸ਼ਟੀ ਆਏਗਾ। ਉਹ ਬਿਲਕੁਲ ਉਸ ਸ਼ੀਸ਼ੇ ਵਾਂਗਾ ਹੈ ਜੋ ਤੁਹਾਡੇ ਸਾਹਮਣੇ ਉਹੀ ਅਕਸ਼ ਪੇਸ਼ ਕਰਦਾ ਜੋ ਤੁਸੀਂ ਹੋ। ਉਹ ਬਦਲ ਕੇ ਨਹੀਂ ਦਿਖਾਉਂਦਾ, ਉਹ ਬਨਾਵਟੀ ਰੂਪ ਨਹੀਂ ਦਿੰਦਾ। ਜੈਸੇ ਹੋ, ਜੈਸਾ ਰੰਗ ਹੈ, ਜੈਸਾ ਮੁਖ ਹੈ, ਜੋ ਹੋ ਉਹੀ ਦਿਖਾਏਗਾ। ਭਗਤ ਤੇ ਇਸ ਤੋਂ ਵੀ ਗਾ ਸੱਚਾ ਆਇਨਾ ਹੈ, ਜੋ ਤੁਸੀਂ ਅੰਦਰੋਂ ਹੋ ਤੁਹਾਨੂੰ ਉਹ ਦਿਖਾਉਂਦਾ ਹੈ। ਇਹੀ ਕਿਹਾ ਜਾਂਦਾ ਸੀ ਨਾ, ਜਿਸ ਨੂੰ ਲੋਕਾਂ ਨੇ ਕੌਡਾ ਰਾਖਸ਼ ਕਹਿ ਦਿੱਤਾ, ਕੌਡਾ ਭੀਲ। ਲੋਕਾਂ ਨੇ ਉਸ ਨਾਲ ਇੱਕ ਕਹਾਣੀ ਬਣਾਈ ਜਿਸ ਕੋਲ ਸ਼ੀਸ਼ਾ ਹੈ। ਕੈਸਾ ਸ਼ੀਸ਼ਾ ਹੈ? ਉਸ ਵਿੱਚ ਕੋਈ ਸ਼ੇਰ, ਕੋਈ ਕੁੱਤਾ, ਕੋਈ ਭਾਲੂ, ਇਸ ਤਰੀਕੇ ਦੇ ਜਾਨਵਰਾਂ ਦੇ ਰੂਪ 'ਚ ਦਿਸਦੇ ਨੇ ਲੋਕ। ਕਿਹੜਾ ਸ਼ੀਸ਼ਾ ਹੈ? ਸਾਰਿਆਂ ਨੂੰ ਦੇਖਦਾ ਸੀ ਵੀ ਕੋਈ ਤਾਂ ਮਨੁੱਖ ਦਿਸੇ। ਇੱਕ ਬਣਾਇਆ ਹੋਇਆ ਹੈ ਸੀ ਇਸ ਤਰੀਕੇ ਨਾਲ ਵੀ ਐਸਾ ਸ਼ੀਸ਼ਾ ਸੀ। ਸਮਝੋ ਕਿ ਕੌਡਾ ਅੰਦਰ ਦੀ ਭਾਵਨਾ ਭਾਲਦਾ ਸੀ, ਕੋਈ ਤੇ ਆਪਣੇ ਮਨੁੱਖੀ ਸੁਭਾਅ 'ਚ ਹੋਏ। ਲੋਕ ਆਪਣਾ ਸੁਭਾਅ, ਆਪਣਾ ਅਸਤਿਤਵ ਗਵਾ ਰਹੇ ਨੇ, ਪਰ ਅਪਰਸ ਦੀ ਪਹਿਲੀ ਵਡਿਆਈ ਇਹ ਹੈ, ਸਾਹਿਬ ਕਹਿੰਦੇ ਨੇ ਵੀ ਉਸ ਦੇ ਪੱਲੇ ਸਿਰਫ ਸੱਚ ਹੈ, ਉਹ ਝੂਠ ਦੇ ਨੇੜੇ ਨਹੀਂ ਜਾਂਦਾ। ਉਸ ਦੀ ਇਹ ਜੀਭਾ ਕਿਸੇ ਦੇ ਨਾਲ ਠੱਗੀ ਮਾਰਨ ਦੇ ਭਾਵ 'ਚ, ਫਰੇਬ ਕਰਨ ਦੇ ਭਾਵ 'ਚ ਗਲਤ ਨਹੀਂ ਬੋਲਦੀ, ਸੱਚ ਰਸੀ ਹੋਈ ਹੈ। ਉਸ ਦੀ ਰਸਨਾ ਅੰਮ੍ਰਿਤ ਵਰਗੇ ਪ੍ਰਮਾਤਮਾ ਦੇ ਮਿੱਠੜੇ ਬੋਲ ਹੀ ਬੋਲਦੀ ਹੈ। ਉਸ ਦੇ ਅੰਦਰ ਕੀ ਹੈ? ਮਨ ਮੈਂ ਪ੍ਰੀਤ ਨਿਰੰਜਨ ਦਰਸ਼। ਉਸ ਦੇ ਮਨ 'ਚ ਵੀ ਕੋਈ ਫਰੇਬ ਭਾਵ ਨਹੀਂ ਹੈ। ਉਸ ਅਪਰਸ ਨੂੰ ਜੇ ਕੋਈ ਅੰਦਰੋਂ ਫਰੋਲੇਗਾ, ਸਾਹਿਬ ਕਹਿੰਦੇ ਉਹ ਅੰਦਰੋਂ ਵੀ ਇੱਕੋ ਪਿਆਸ ਦੇ ਨਾਲ ਭਰਿਆ ਹੋਇਆ ਹੈ। ਉਹ ਪਿਆਸ ਹੈ ਪ੍ਰਮਾਤਮਾ ਦੇ ਦੀਦਾਰ ਦੀ, ਜਿਸ ਨੂੰ ਸਾਹਿਬ ਕਹਿੰਦੇ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨਦਿਨ ਨੀਤ। ਮੇਰੇ ਅੰਦਰ ਇੱਕ ਹੀ ਦਰਸ਼ਨਾਂ ਦੀ ਪਿਆਸ ਹੈ, ਦਿਨ ਰਾਤ ਮੈਂ ਮਾਲਕਾ ਤੈਨੂੰ ਹੀ ਚਿਤਾਰਦਾ। ਤੇ ਗੁਰੂ ਦਾ ਅਥਾਹ ਧੰਨਵਾਦ ਹੈ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹਰੀ ਮਿੱਤਰ ਦੇ ਨਾਲ ਮਿਲਾਉਣ 'ਚ ਗੁਰੂ ਹੀ ਸਹਾਈ ਹੈ, ਇਸ ਲਈ ਗੁਰੂ ਦਾ ਅਥਾਹ ਧੰਨਵਾਦ ਹੈ। ਪਰ ਅੰਦਰ ਕੋਈ ਹੋਰ ਇੱਛਾ ਨਹੀਂ ਹੈ। ਜਦ ਸਭ ਇੱਛਾਵਾਂ ਪੂਰਨ ਹੋ ਜਾਣਗੀਆਂ, ਸੱਚੇ ਦੇ ਦੀਦਾਰ ਦੀ ਤਲਫ ਉਦੋਂ ਹੀ ਜਾਗਦੀ ਹੈ। ਅਜੇ ਹੋਰ ਬੜੀਆਂ ਮੰਗਾਂ ਨੇ, ਅਜੇ ਤੇ ਸੋਚੇ ਵੀ ਨਹੀਂ ਹੈ ਕਿ ਪ੍ਰਮਾਤਮਾ ਦੇ ਦੀਦਾਰ ਹੋ ਜਾਣ। ਇਹ ਸੋਚ ਥੋੜ੍ਹੀ ਹੈ। ਗੁਰੂ ਘਰ ਵੀ ਆ ਰਹੇ ਹਾਂ ਤੇ ਹੋਰ ਬੜੀਆਂ ਮੰਗਾਂ ਨੇ, ਪਹਿਲਾਂ ਅਸੀਂ ਉਹ ਅੱਗੇ ਰੱਖੀਆਂ। ਇਹ ਤੇ ਕੋਈ ਰਸੀ ਹੋਈ ਰੂਹ ਹੈ ਜੋ ਆਉਂਦਿਆਂ ਸਾਰੇ ਅਰਦਾਸ ਕਰੇ, ਪ੍ਰਮਾਤਮਾ ਤੇਰਾ ਦੀਦਾਰ ਹੋ ਜਾਏ। ਸੌਂਦਿਆਂ ਜਾਗਦਿਆਂ ਕਿਤੇ ਕਿਸੇ ਅਵਸਥਾ ਦੇ ਵਿੱਚ ਵੀ ਅਚਨਚੇਤ ਤੇਰੀ ਝਲਕ ਹੀ ਦਿਸ ਆਏ, ਮੇਰਾ ਜੀਵਨ ਨਿਹਾਲ ਹੋ ਜਾਏ, ਇਤਨਾ ਹੀ ਮਿਲ ਜਾਏ। ਪਰ ਸਭ ਦਾ ਮਨ ਜਾਣਦਾ ਵੀ ਐਸੀ ਤੇ ਜੇ ਕੋਈ ਅਰਦਾਸ ਸ਼ੁਰੂ ਹੋਈ ਨਹੀਂ। ਜੇ ਕਿਸੇ ਦੀ ਹੋਈ ਹੈ ਤੇ ਉਹ ਧੰਤਾ ਯੋਗ ਹੈ। ਅਜੇ ਮਨ ਤੇ ਹੋਰ ਬਹੁਤ ਕੁਛ ਮੰਗ ਰਿਹਾ। ਸਾਹਿਬ ਕਹਿੰਦੇ ਨੇ ਅਪਰਸ ਉਹ ਹੈ ਜਿਸ ਦੇ ਮਨ ਅੰਦਰ ਸਿਰਫ ਦਰਸ਼ਨਾਂ ਦੀ ਭੁੱਖ ਰਹਿ ਗਈ ਹੈ। ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੀ। ਗੁਰੂ ਰਾਮਦਾਸ ਜੀ ਕਹਿੰਦੇ ਨੇ ਇੱਕੋ ਆਸ ਹੈ ਕਿ ਤੇਰਾ ਦੀਦਾਰ ਹੋ ਜਾਏ। ਹੋਰ ਲੋਚਾਵਾਂ, ਹੋਰ ਇੱਛਾਵਾਂ ਪੂਰਨ ਹੋ ਗਈਆਂ ਨੇ। ਉਹ ਜੇ ਦੇਖ ਵੀ ਰਿਹਾ ਹੈ ਤੇ ਸੱਚ ਕਹਿੰਦੇ ਨੇ ਪਰ ਤ੍ਰੇ ਰੂਪ ਨਾ ਪੇਖੈ ਨੇਤਰ। ਉਸ ਦੀਆਂ ਅੱਖਾਂ ਸੱਚ ਰਸ ਵਿੱਚ ਇਤਨੀਆਂ ਰਸੀਆਂ ਨੇ ਕਿ ਉਹ ਪਰਾਏ ਰੂਪ ਨੂੰ ਨਹੀਂ ਤੱਕਦੀਆਂ। ਸਮਝ ਆ ਜਾਏ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਫਿਰ ਨੇਤਰਾਂ ਨੂੰ ਸੱਚ ਪਤਾ ਲੱਗਦਾ ਹੈ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ
ਦੇਖੋ ਕੋਈ, ਨਦਰੀ ਹਰ ਨਿਹਾਲਿਆ। ਵੀ ਇਹਨਾਂ ਅੱਖਾਂ ਦੀ ਵਰਤੋਂ ਸਿਰਫ ਸੱਚ ਦੇਖਣ ਲਈ ਕਰੋ, ਤੇ ਸੱਚ ਸਭ ਥਾਂ ਤੇ ਹੈ। ਐਸਾ ਨਹੀਂ ਹੈ ਵੀ ਉਹ ਇੱਥੇ ਨਹੀਂ ਹੈ, ਉੱਥੇ ਨਹੀਂ, ਸਭ 'ਚ ਹੈ, ਸੱਚਾ ਤੇ ਸਭ 'ਚ ਹੈ। ਦ੍ਰਿਸ਼ਟੀ ਸਹੀ ਹੋ ਜਾਏ ਤੇ ਸਭ 'ਚ ਉਹ ਸੱਚਾ ਦਿਸੇਗਾ, ਉਹ ਰਸਿਆ ਹੋਇਆ ਪ੍ਰਮਾਤਮਾ ਦਿਸੇਗਾ। ਤੇ ਜਦੋਂ ਤੁਹਾਡੀ ਦ੍ਰਿਸ਼ਟੀ ਸੁਚੱਜੀ ਹੈ ਤੇ ਤੁਹਾਡੇ ਬਾਬਤ ਕੋਈ ਇਸ਼ਾਰਾ ਕਰਕੇ ਇਹ ਨਹੀਂ ਕਹਿ ਸਕਦਾ ਵੀ ਇਸ ਦੀ ਅੱਖ 'ਚ ਮੈਲਾਪਨ ਸੀ। ਨਹੀਂ ਤਾਂ ਸਮਾਜ ਦੇ ਵਿੱਚ ਹਰ ਕੋਈ ਤੁਹਾਨੂੰ ਦੇਖ ਕੇ ਨਜ਼ਰੀਆ ਲਗਾ ਲੈਂਦਾ ਹੈ ਵੀ ਇਸ ਦੀ ਦੇਖਣੀ ਐਸੀ ਹੈ। ਅਸੀਂ ਕਹਿ ਦਿੰਦੇ ਹਾਂ ਨਾ, ਅਮਕੇ ਵਿਅਕਤੀ ਦੀ ਦੇਖਣੀ ਦਾ ਜੋ ਭਾਵ ਹੈ ਉਹ ਐਸਾ ਹੈ, ਲੋਕ ਝਟਪਟ ਅੰਦਾਜ਼ਾ ਲਗਾ ਲੈਂਦੇ। ਪਰ ਇਤਿਹਾਸ 'ਚ ਬੜੀ ਸੁਚੱਜੀ ਸਾਖੀ ਹੈ ਕਿ ਜਿਸ ਵੇਲੇ ਰਾਜਾ ਸ਼ਿਵਨਾਭ ਸਮੇਂ ਦੀਆਂ ਉਹ ਇਸਤਰੀਆਂ ਨੂੰ ਭੇਜਦਾ ਵੀ ਜਾਓ ਪਰਖ ਕਰੋ ਵੀ ਇਹ ਸੱਚਾ ਗੁਰੂ ਨਾਨਕ ਹੈ ਕਿ ਝੂਠਾ ਹੈ, ਤੇ ਉਹਨਾਂ ਨੇ ਪਰਤ ਕੇ ਆ ਕੇ ਹੀ ਕਿਹਾ ਸੀ ਵੀ ਸੱਚਮੁੱਚ ਸੱਚਾ ਹੈ, ਇਸ ਦੇ ਨੇਤਰਾਂ 'ਚ ਸਾਨੂੰ ਸਿਰਫ ਸੱਚ ਦਿਸਿਆ ਹੈ, ਕੋਈ ਵਿਕਾਰ ਨਹੀਂ ਦਿਸਿਆ, ਅੰਦਰ ਸੱਚ ਦਿਸਿਆ, ਵਿਕਾਰ ਨਹੀਂ ਦਿਸਿਆ। ਉਹਨਾਂ ਦੇ ਦੇਖਣ ਦਾ ਜੋ ਨਜ਼ਰੀਆ ਹੈ ਉਹ ਸਿਰਫ ਇਉਂ ਦੇਖ ਰਹੇ ਨੇ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਏ। ਸਾਰਿਆਂ ਵਿੱਚੋਂ ਸੱਚਾ ਲੱਭ ਜਾਏਗਾ, ਜਿਸ ਨੂੰ ਵੀ ਦੇਖੋਗੇ ਉਸ ਵਿੱਚ ਵਸੀ ਹੋਈ ਉਹ ਸੱਚੀ ਰੂਹ ਦ੍ਰਿਸ਼ਟੀ ਆ ਜਾਏਗੀ, ਭੇਦ ਨਹੀਂ ਰਹੇਗਾ, ਕਿਸੇ ਨਾਲ ਵਿਰੋਧ ਨਹੀਂ ਰਹੇਗਾ। ਫਿਰ ਜੋ ਜੀਵਨ ਅੰਦਰ ਚੱਲੇਗਾ ਉਹ ਇੱਕ ਵੱਖਰਾ ਹੈ, ਕਿਉਂਕਿ ਅਜੇ ਤੇ ਮੈਂ ਮੋਹ ਦੇ ਭਾਵ 'ਚ ਜਦੋਂ ਦੇਖਦਾ ਤੇ ਮੈਨੂੰ ਆਪਣਾ ਪਰਿਵਾਰ ਪਹਿਲਾਂ ਦਿਸਦਾ, ਕ੍ਰੋਧ 'ਚ ਦੇਖਦਾ ਤੇ ਦੁਸ਼ਮਣ ਨਜ਼ਰੀ ਆਉਂਦਾ ਹੈ, ਲੋਭ ਰੂਪੀ ਅੱਖਾਂ ਨਾਲ ਤੱਕਦਾ ਤੇ ਸਾਹਮਣੇ ਮੌਕਾ ਦਿਸਦਾ ਹੈ ਇਸ ਨੂੰ ਠੱਗ ਲੈ, ਜੇ ਕੋਈ ਮੂੰਹ 'ਚ ਤੱਕੇਗਾ। ਅਹੰਕਾਰ ਦੀਆਂ ਅੱਖਾਂ ਨਾਲ ਤੱਕਾਂਗੇ ਤੇ ਸਾਹਮਣੇ ਵਾਲੇ ਕੀੜੇ ਮਕੌੜੇ ਨਜ਼ਰੀ ਆਉਂਦੇ ਨੇ, ਇਹ ਕੀ ਰੱਖਦਾ ਮੇਰੇ ਸਾਹਮਣੇ ਪਾਇਆ, ਇਹਦਾ ਕੀ ਜ਼ੋਰ ਹੈ ਮੇਰੇ ਸਾਹਮਣੇ। ਕਾਮ ਦੀਆਂ ਅੱਖਾਂ ਨਾਲ ਤੱਕਾਂਗੇ ਤੇ ਸਭ ਪਾਸੇ ਵਿਕਾਰ ਦ੍ਰਿਸ਼ਟੀ ਆਏ। ਕਾਮੀ ਵਿਅਕਤੀ ਤੇ ਸਭ 'ਚ ਵਿਕਾਰ ਭਾਲ ਲੇ, ਪਰ ਰਸੀ ਹੋਈ ਰੂਹ ਜਿਹੜੀ ਹੈ ਉਹ ਇਹਨਾਂ ਸਾਰਿਆਂ ਤੋਂ ਪਰੇ ਦੇਖਦੀ ਹੈ ਕਿ ਇਸ ਵਿੱਚ ਵੀ ਉਹੀ ਹੈ, ਇਸ ਵਿੱਚ ਵੀ ਉਹੀ ਹੈ, ਜਿਸ ਨੂੰ ਕਬੀਰ ਸਾਹਿਬ ਕਹਿੰਦੇ ਨੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹ ਫਿਰ ਐਵੇਂ ਬੋਲਦੇ ਜਿਨ੍ਹਾਂ ਨੇ ਸਭ 'ਚ ਉਸ ਪ੍ਰਮਾਤਮਾ ਨੂੰ ਡਿੱਠਾ ਹੈ, ਕਹਿੰਦੇ ਸਾਰੇ ਤੇ ਰੱਬ ਦੇ ਬੰਦੇ ਨੇ, ਸਾਰਿਆਂ 'ਚ ਏਕ ਹੀ ਜੋਤ ਹੈ, ਕੋਈ ਦੂਜਾ ਨਹੀਂ ਹੈ। ਜੇ ਸਾਰੇ ਉਸਦੇ ਨੇ ਤੇ ਉਹਨਾਂ ਵਿੱਚ ਤੁਸੀਂ ਔਗੁਣ ਕਿਵੇਂ ਲੱਭੋਗੇ, ਪਰਾਏ 'ਚ ਮੰਦੇ ਭਾਵ ਕਿਵੇਂ ਦੇਖੋਗੇ। ਹਰੀ ਕਰਤਾ ਸਾਰਿਆਂ 'ਚ ਹੈ ਤੇ ਸਭ ਜਾਣ ਰਿਹਾ, ਮਨ ਰੁਕ ਜਾਏਗਾ। ਇਸ ਲਈ ਆਪ ਕਹਿੰਦੇ ਨੇ ਉਸ ਦੀ ਵਡਿਆਈ ਇਹ ਹੈ ਕਿ ਪਰਤ੍ਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਅਗਲਾ ਕਰਮ ਉਹ ਹਮੇਸ਼ਾ ਸਾਧ ਕੀ ਟਹਿਲ 'ਚ ਜੁੜਿਆ ਹੈ, ਗੁਰੂ ਕੀ ਸੇਵਾ 'ਚ। ਸੰਤ ਸੰਗ ਹੇਤ ਉਹਦਾ ਸਤ ਸੰਗਤ ਨਾਲ ਪਿਆਰ ਹੈ। ਜੀਭ ਝੂਠ ਨਹੀਂ ਬੋਲਦੀ, ਪਹਿਲੀ ਗੱਲ ਮਨ ਦੇ ਵਿੱਚ ਸਿਰਫ ਉਹਦੇ ਦਰਸ਼ਨਾਂ ਦੀ ਚਾਹ ਹੈ, ਅੱਖਾਂ ਮੈਲਾ ਨਹੀਂ ਤੱਕਦੀਆਂ। ਅਗਲੀ ਗੱਲ ਆਈ, ਸਾਹਿਬ ਕਹਿੰਦੇ ਨੇ ਵੀ ਉਹਦਾ ਜੋ ਹੇਤ ਹੈ ਸੰਗਤ ਨਾਲ ਹੈ, ਸਰੀਰ ਉਸਦਾ ਜਿਹੜਾ ਗੁਰੂ ਦੀ ਸੇਵਾ 'ਚ ਲੱਗਾ ਹੈ। ਜਦੋਂ ਵੀ ਤੱਕੋਗੇ ਉਸ ਸੇਵਾ ਭਾਵ 'ਚ ਹੀ ਤੁਹਾਨੂੰ ਦਿਸੇਗਾ। ਤੇ ਹਮੇਸ਼ਾ ਯਾਦ ਰੱਖੀਏ, ਸੇਵਾ ਭਾਵ ਉੱਥੇ ਹੀ ਹੈ ਜਿੱਥੇ ਮੇਰਾ ਕੋਈ ਮਤਲਬ ਸਿੱਧ ਨਹੀਂ ਹੋ ਰਿਹਾ।
ਜਿੱਥੇ ਮੈਂ ਜਰਾ ਵੀ ਫਾਇਦਾ ਸੋਚ ਰਿਹਾ ਹਾਂ ਉਹ ਸੇਵਾ ਨਹੀਂ ਹੋ ਸਕਦੀ। ਗੁਰੂ ਰਾਮਦਾਸ ਜੀ ਦੀ ਸੇਵਾ ਦੀ ਟੋਕਰੀ ਢੋ ਰਹੇ ਨੇ ਤੇ ਇਸ ਫਾਇਦੇ 'ਚ ਨਹੀਂ ਢੋ ਰਹੇ ਕਿ ਕੱਲ ਨੂੰ ਮੈਨੂੰ ਗੁਰਿਆਈ ਮਿਲ ਜਾਏਗੀ। ਜੇ ਇਸ ਆਸ 'ਚ ਢੋ ਰਹੇ ਹੁੰਦੇ ਤੇ ਕਦੇ ਨਹੀਂ ਮਿਲਦੀ। ਇਸ ਆਸ 'ਚ ਪ੍ਰਿਥੀ ਚੰਦ ਬੜੀ ਸੇਵਾ ਕਰ ਰਿਹਾ ਸੀ। ਇਤਿਹਾਸ ਉਸ ਦੀ ਸੇਵਾ ਦੀ ਗਵਾਹੀ ਭਰਦਾ ਹੈ, ਪਰ ਕਿਸ ਆਸ 'ਚ ਸੀ ਵੀ ਮੈਨੂੰ ਗੁਰਿਆਈ ਮਿਲ ਜਾਏ। ਬੜਾ ਕੰਮ ਸਾਂਭਿਆ ਹੋਇਆ ਸੀ। ਉਹ ਸੇਵਾ ਨਹੀਂ ਅਖਾਈ, ਉਹ ਸੇਵਾ ਨਹੀਂ ਅਖਾਈ। ਜਿੱਥੇ ਤੁਹਾਡੀ ਆਸ ਵੱਧ ਜਾਏ ਵੀ ਮੈਂ ਆਹ ਪਾਲਾਂ, ਇਸ ਦੇ ਵਿੱਚ ਉਹ ਸੇਵਾ ਨਹੀਂ ਹੋ ਸਕਦੀ। ਸੇਵਾ ਉਹ ਜਿੱਥੇ ਮੰਗ ਜਰਾ ਵੀ ਨਹੀਂ ਹੈ। ਗੁਰਦੁਆਰੇ ਆਏ, ਪ੍ਰਸ਼ਾਦੇ ਪਕਾਤੇ, ਝਾੜੂ ਫੇਰਤਾ, ਭਾਂਡੇ ਧੋਤੇ, ਜੇ ਨਾਲ ਮੈਂ ਆਸ ਬੰਨੀ ਰੱਬਾ ਕੁਛ ਮੈਨੂੰ ਇਹਦੇ ਇਵਜ਼ 'ਚ ਦੇ ਦੇਈਂ ਤੇ ਉਹ ਸਭ ਵਿਅਰਥ ਹੈ। ਵਾਪਸ ਕੁਛ ਨਹੀਂ ਮੰਗਣਾ, ਵਾਪਸ ਦੀ ਮੰਗ ਹੀ ਨਹੀਂ ਹੈ। ਤਾਂ ਤੇ ਸਾਹਿਬ ਕਹਿੰਦੇ ਨੇ ਉਹ ਹਰ ਵੇਲੇ ਆਪਣੇ ਜੀਵਨ ਨੂੰ ਗੁਰੂ ਕੀ ਸੇਵਾ 'ਚ ਲਾ ਕੇ ਰੱਖ ਰਿਹਾ, ਮੰਗ ਨਹੀਂ ਰਿਹਾ, ਲੱਗਾ ਹੋਇਆ। ਗੁਰੂ ਕੇ ਹੇਤ ਜੇ ਲੋੜ ਪਏ ਤੇ ਪੀਸਾਂ ਵੀ, ਤੇਰੇ ਦਰ ਤੇ ਝਾੜੂ ਵੀ ਕਰਾਂ, ਪੱਖਾ ਫੇਰੀ, ਪਾਣੀ ਢੋਵਾਂ। ਸਾਹਿਬ ਐਸੀਆਂ ਬਹੁਤ ਉਦਾਹਰਨਾਂ ਦਿੰਦੇ ਨੇ। ਜੋ ਤੈਨੂੰ ਭਾ ਜਾਏ, ਉਹਦਾ ਜਿੱਥੇ ਮਨ ਰਸ ਜਾਏ, ਜਿੱਥੇ ਉਹ ਤਰੁੱਠ ਜਾਏ, ਉਸ ਭਾਵ 'ਚ ਸੇਵਾ ਕਰ। ਉਹ ਨਹੀਂ ਜੋ ਮੈਨੂੰ ਸੌਖਾ ਲੱਗਦਾ, ਉਹ ਭਾਵ ਸੇਵਾ ਦਾ ਨਹੀਂ ਜਿੱਥੇ ਮੈਨੂੰ ਸੌਖਾ ਲੱਗਦਾ। ਮੈਨੂੰ ਤਾਂ ਸੌਖਾ ਲੱਗਦਾ ਵੀ ਸਵੇਰੇ ਮੈਂ 8 ਵਜੇ ਉੱਠ ਕੇ ਆਵਾਂ ਆਰਾਮਦਾਰੀ ਨਾਲ, ਫਿਰ ਮੈਂ ਆ ਕੇ ਪਾਠ ਕਰ ਲਿਆ ਕਰਾਂ। ਵਿਚਾਰਨਾ ਇਹ ਹੈ ਕਿ ਉਹਨੂੰ ਕੀ ਭਾਉਂਦਾ ਹੈ, ਉਹਦਾ ਕੀ ਹੁਕਮ ਹੈ। ਉਹ ਕਹਿੰਦਾ ਵੀ ਤੂੰ 8 ਵਜੇ ਉੱਠ ਕੇ ਆ ਕੇ ਵੀ ਸੁਬਾਹ ਅੰਮ੍ਰਿਤ ਵੇਲੇ ਨੂੰ ਸੰਭਾਲ, ਨਾਮ ਪ੍ਰਭਾਤੈ ਨਾਮ ਧਿਆਈਏ। ਸੁਬਾਹ ਪ੍ਰਭਾਤ ਵੇਲੇ ਉਸ ਪ੍ਰਮਾਤਮਾ ਦਾ ਨਾਮ ਧਿਆ ਕੇ ਦਿਨ ਚੜ੍ਹੇ। ਸਾਹਿਬ ਕਹਿੰਦੇ ਨੇ ਗੁਰੂ ਕੀ ਸੇਵਾ 'ਚ, ਗੁਰੂ ਕੇ ਆਖੇ 'ਚ ਲੱਗਾ ਹੈ। ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਉਹਨੇ ਕੰਨ ਸਿਰਫ ਸੱਚ ਸੁਣਨ 'ਚ ਲਗਾਏ ਹੋਏ ਨੇ, ਆਪਣੇ ਕੰਨਾਂ ਦੀ ਵਰਤੋਂ ਕਰ ਰਿਹਾ ਹੈ। ਕਿਸ ਲਈ? ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਗੁਰੂ ਦੇ ਆਖੇ 'ਚ ਸਤ ਬਾਣੀ ਸੁਣਦਾ, ਚੁਗਲੀ ਨਹੀਂ ਸੁਣਦਾ ਕਿਸੇ ਦੀ। ਕਿਸੇ ਦੇ ਬਾਬਤ ਮਾੜੇ ਬੋਲ ਬੜੇ ਸਵਾਦ ਲੈ ਕੇ ਨਹੀਂ ਸੁਣਦਾ। ਉਸ ਦੇ ਅੰਦਰ ਇਹ ਭਾਵ ਨਹੀਂ ਹੈ ਵੀ ਦੂਸਰੇ ਦੇ ਘਰ ਕੀ ਹੋ ਰਿਹਾ ਹੈ, ਇਹ ਜਾਣਾ। ਕਿਸੇ ਦੀ ਨਿੰਦਾ ਸੁਣਨਾ, ਕਿਸੇ ਦੇ ਬਾਬਤ ਸੁਣਨਾ, ਇਹੀ ਹੈ ਕਿ ਮੈਂ ਝਾਕ ਰਿਹਾ ਹਾਂ ਦੂਸਰੇ ਦੇ ਵਿਹੜੇ ਕੀ ਹੋ ਰਿਹਾ ਹੈ। ਮੇਰੀ ਸਾਰੀ ਦੀ ਸਾਰੀ ਝਾਕ ਦੂਜੇ ਦੇ ਘਰ ਵੱਲ ਹੈ। ਤੇ ਬਾਣੀ ਕਹਿੰਦੀ ਹੈ ਆਪਨੜੈ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਇਸ ਲਈ ਆਪ ਅਗਲੀ ਪੰਕਤੀ ਕਹਿੰਦੇ ਨੇ, ਸਭ ਤੇ ਜਾਣੈ ਆਪਸ ਕੋ ਮੰਦਾ। ਉਸ ਦਾ ਸੁਭਾਅ ਐਸਾ ਹੈ ਕਿ ਉਹ ਇਹੀ ਕਹਿੰਦਾ, ਸਾਹਿਬ ਸਾਰਿਆਂ ਤੋਂ ਮੈਂ ਹੀ ਨੀਵਾਂ ਹਾਂ, ਮੇਰੇ 'ਚ ਹੀ ਔਗੁਣ ਨੇ, ਸਾਰੇ ਹੀ ਚੰਗੇ ਨੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਉਹਦਾ ਜੀਵਨ ਆਸ਼ਾ ਹੈ। ਸਾਡਾ ਉਲਟ, ਅਸੀਂ ਕਹਿੰਦੇ ਮੈਂ ਹੀ ਚੰਗਾ ਜੀ, ਸਾਰਾ ਹੀ ਸਾਡਾ ਮੱਲਾ ਬੁਰਾ ਹੈ। ਆਂਢ ਗੁਆਂਢ ਸਾਡਾ ਸਾਰਾ ਹੀ ਮਾੜਾ ਹੈ, ਮੈਂ ਹੀ ਜੀ ਚੰਗਾ ਹਾਂ। ਲੋਕ ਮੈਨੂੰ ਜਰਦੇ ਹੀ ਨਹੀਂ। ਕੁਝ ਆਪਣੇ ਅੰਦਰ ਨੂੰ ਝਾਤ ਮਾਰ ਕੇ ਵੇਖੋ ਵੀ ਸ਼ਾਇਦ ਬਾਕੀ ਚੰਗੇ ਹੋਣ, ਮੈਂ ਹੀ ਬੁਰਾ ਹੋਵਾਂ। ਭਗਤ ਤੇ ਇਉਂ ਹੀ ਕਹਿੰਦੇ ਨੇ, ਲੱਖਾਂ ਚੰਗਿਆਈਆਂ ਦੇ ਭਰੇ ਹੋਏ ਨੂੰ ਕਹਿੰਦੇ ਮੈਂ ਹੀ ਬੁਰਾ ਹਾਂ, ਬਾਕੀ ਸਭ ਚੰਗੇ ਨੇ। ਜਿੱਦਣ ਤੁਸੀਂ ਇਉਂ ਸਮਝ ਕੇ ਚੱਲ ਪਏ, ਅੱਧਾ ਤਣਾਅ ਘਟ ਜਾਏਗਾ। ਬੇਲੋੜਾ ਜੋ ਮਨ ਤੇ ਤਣਾਅ ਸਾਂਭੀ ਬੈਠੇ ਹਾਂ, ਅੱਧਾ ਘਟ ਜਾਏਗਾ ਜਿਸ ਦਿਨ ਆਪਣੇ ਆਪ ਨੂੰ ਨੀਵਾਂ ਕਰ ਲਿਆ, ਹੋਰਾਂ ਨੂੰ ਉੱਚਾ ਕਰਤਾ। ਗੁਰੂ ਦੀ ਨਿਗਾਹ 'ਚ ਇੱਕਦਮ ਉੱਚੇ ਹੋ ਜਾਵਾਂਗੇ। ਆਪਸ ਕੋ ਜੋ ਜਾਣੈ ਨੀਚਾ, ਸੋਊ ਗਨੀਐ ਸਭ ਤੇ ਉੱਚਾ। ਅਸੀਂ ਸੁਖਮਨੀ ਸਾਹਿਬ 'ਚ ਪਿੱਛੇ ਵਿਚਾਰ ਆਏ, ਜੋ ਆਪਣੇ ਆਪ ਨੂੰ ਨੀਵਾਂ ਕਹਿੰਦਾ ਉਹੀ ਉੱਚਾ।
ਜੋ ਖੁਦ ਨੂੰ ਉੱਚਾ ਕਰ ਲੈਂਦਾ ਰੱਬ ਦੀ ਨਿਗਾਹ 'ਚ ਨੀਵਾਂ ਹੋ ਜਾਂਦਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ। ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਲੋਕਾਂ 'ਚ ਉੱਚਾ ਹੋ ਕੇ ਜੇ ਪ੍ਰਮਾਤਮਾ ਦੀ ਨਿਗਾਹ 'ਚ ਨਹੀਂ ਆਇਆ ਤੇ ਕੁਛ ਨਹੀਂ ਬਣੇਗਾ। ਤਾਂ ਤੇ ਸਾਹਿਬ ਕਹਿੰਦੇ ਨੇ ਅਪਰਸ ਵਿਅਕਤੀ ਨੇ ਕੀ ਕੀਤਾ ਹੈ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ। ਗੁਰੂ ਦੀ ਕਿਰਪਾ ਸਦਕਾ ਅੰਦਰੋਂ ਉਸਨੇ ਸਾਰਾ ਜ਼ਹਿਰ ਕੱਢ ਸਿੱਟਿਆ। ਵਿਖਿਆ ਜ਼ਹਿਰ, ਮਾੜੀਆਂ ਰੀਤਾਂ ਦਾ, ਔਗੁਣਾਂ ਦਾ ਜ਼ਹਿਰ ਅੰਦਰੋਂ ਗੁਰੂ ਦੀ ਕਿਰਪਾ ਸਦਕਾ ਉਹ ਕੱਢੀ ਜਾ ਰਿਹਾ। ਮਨ ਕੀ ਵਾਸ਼ਨਾ ਮਨ ਤੇ ਟਰੈ, ਮਨ ਦੀਆਂ ਵਾਸ਼ਨਾਵਾਂ ਨੂੰ ਉਸਨੇ ਮਨ 'ਚ ਹੀ ਮਾਰ ਲਿਆ। ਆਪ ਕਹਿੰਦੇ ਨੇ ਉਸ ਬਾਬਤ ਕਹਿਣਾ ਪਏਗਾ ਇੰਦਰੀ ਜਿੱਤ, ਪੰਚ ਦੋਖ ਤੇ ਰਹਿਤ। ਉਸਨੇ ਆਪਣੀਆਂ ਇੰਦਰੀਆਵਾਂ ਨੂੰ ਜਿੱਤ ਲਿਆ। ਤਾਂ ਹੀ ਤੇ ਆਪ ਕਹਿੰਦੇ ਨੇ ਉਸਦੀ ਰਸਨਾ ਹੁਣ ਝੂਠ ਨਹੀਂ ਬੋਲਦੀ, ਰਸਨਾ ਜਿੱਤ ਲਈ ਹੈ। ਕੰਨ ਜਿੱਤ ਲਏ ਨੇ ਜੋ ਕਿਸੇ ਦੀ ਨਿੰਦਾ ਨਹੀਂ ਸੁਣਦੇ, ਅੱਖਾਂ ਨੂੰ ਉਸਨੇ ਜਿੱਤ ਲਿਆ ਹੈ ਜੋ ਪਰਾਇਆ ਰੂਪ ਨਹੀਂ ਤੱਕਦੀ। ਉਹ ਇੰਦਰੀ ਜਿੱਤ ਹੋ ਗਿਆ ਹੈ। ਕਈ ਜਿੱਤ ਨੂੰ ਨਾਲ ਜੋੜ ਕੇ ਪਾਠ ਕਰ ਦਿੰਦੇ ਨੇ, ਵੱਖਰਾ ਪਾਠ ਹੋਏਗਾ ਇੰਦਰੀ ਜਿੱਤ। ਇੰਦਰੀ ਨੂੰ ਜਿੱਤਣ ਵਾਲਾ ਪੰਚ ਦੋਖ ਤੇ ਰਹਿਤ, ਉਹ ਸਾਰੇ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚ ਜਾਂਦਾ ਹੈ। ਨਾਨਕ ਕੋਟ ਮਦੇ ਕੋ ਐਸਾ ਅਪਰਸ। ਪਰ ਹੇ ਨਾਨਕ ਤੂੰ ਆਖ ਕਰੋੜਾਂ ਚੋਂ ਕੋਈ ਇੱਕ ਐਸਾ ਬਣ ਪਾਉਂਦਾ ਹੈ। ਕੋਈ ਐਸਾ ਵਿਅਕਤੀ ਲੱਭਦਾ ਹੈ ਜਿਸ ਨੇ ਸਾਰੇ ਦਾ ਸਾਰਾ ਜੀਵਨ ਸਾਧ ਲਿਆ ਹੋਵੇ, ਪਰ ਨਿਰਾਸ਼ ਨਹੀਂ ਹੋਣਾ ਕਿ ਮੈਂ ਤੇ ਹੋ ਨਹੀਂ ਸਕਦਾ। ਨਿਰਾਸ਼ ਨਹੀਂ ਹੋਣਾ, ਕੀ ਪਤਾ ਕਰੋੜਵਾਂ ਮੈਂ ਹੀ ਹੋ ਜਾਵਾਂ। ਲੱਗੇ ਰਹੀਏ, ਗੁਰੂ ਦੇ ਦਰ ਦੀ ਇਹੀ ਰੀਤ ਹੈ, ਲੱਗੇ ਰਹੋ। ਗੁਰੂ ਨਾਲ ਜੁੜ ਕੇ ਸੱਚ ਨੂੰ ਕਮਾਉਣ ਸਿੱਖਣ ਦੇ ਲਈ ਕੀ ਪਤਾ ਉਸ ਮਾਲਕ ਦੀ ਬਖਸ਼ਿਸ਼ ਹੋ ਜਾਏ, ਉਹ ਸਾਡੇ ਜੀਵਨ ਨੂੰ ਇਤਨਾ ਉੱਚਾ ਕਰ ਦੇ। ਅਸੀਂ ਆਪਣੀ ਘਾਲਣਾ ਤੇ ਘਾਟ ਨਹੀਂ ਛੱਡਣੀ, ਬਖਸ਼ਿਸ਼ ਸੁਸਦੀ ਹੈ, ਘਾਲਣਾ ਘਾਲਦੇ ਰਹੀਏ, ਮਾਲਕ ਮਿਹਰਾਮਤ ਕਰੇਗਾ। ਧੰਨ ਗੁਰੂ ਅਰਜਨ ਪਾਤਸ਼ਾਹ ਜੀ 9ਵੀਂ ਅਸ਼ਟਪਦੀ ਦੇ ਪਹਿਲੇ ਪਦੇ 'ਚ ਮਤ ਬਖਸ਼ ਰਹੇ ਸਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਜੀ। ਪਿਆਰ ਅਦਬ ਅਤੇ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।